ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਜਿੰਦਰ ਕੌਰ। ਪੰਜਾਬ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਹੁਣ ਜਲੰਧਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਸਿਆਸਤ ਹੈ ਉਹ ਪੱਖੀ ਹੋਈ ਹੈ। ਕੁਝ ਹੀ ਦਿਨ ਰਹਿ ਗਏ ਨੇ ਚੋਣਾਂ ਦੇ ਵਿੱਚ ਤੇ ਆਖਿਰ ਕਿਹੜੀ ਪਾਰਟੀ ਕਿੱਥੇ ਕਿੰਨਾ ਕੁ ਆਪਣਾ ਜਿਹੜਾ ਰਿਕਾਰਡ ਹੈ ਜਾਂ ਆਧਾਰ ਹੈ ਉਹ ਬਣਾ ਸਕੀ ਹੈ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਜੁੜੇ ਨੇ ਜੋ ਕਿ ਸਾਬਕਾ ਜਿਹੜੀ ਗਵਰਨਮੈਂਟ ਸੀ, ਗਵਰਨਮੈਂਟ ਆਫ ਪੰਜਾਬ, ਉਹਦੇ ਵਿੱਚ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਸੋ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਬੀਜੇਪੀ ਦੇ ਬਹੁਤ ਹੀ ਵੱਡੇ ਲੀਡਰ ਸਵਰਨ ਸਲਾਰੀਆ ਜੀ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਰਜਿੰਦਰ, ਥੈਂਕ ਯੂ। ਸੋ ਆਪਾਂ ਗੱਲ ਕਰ ਲੈਂਦੇ ਆ ਪਹਿਲਾਂ ਚੋਣਾਂ ਤੋਂ। ਜਿਮਨੀ ਚੋਣਾਂ ਆਈਆਂ, ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀਆਂ ਚੋਣਾਂ ਨੇ। ਇੱਕ ਤਰ੍ਹਾਂ ਦੀਆਂ ਚੋਣਾਂ ਆਉਣੀਆਂ ਨਹੀਂ ਸੀ ਚਾਹੀਦੀਆਂ ਕਿਉਂਕਿ ਸਾਡੇ ਵੱਡੇ ਲੀਡਰ ਜਿਹੜੇ ਨੇ ਸੰਤੋਖ ਚੌਧਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅਨਫੋਰਚੂਨੇਟ ਹੈ। ਪਰ ਉਸ ਤੋਂ ਬਾਅਦ ਜਿਹੜੀ ਜੰਗ ਹੈ ਸਿਆਸਤ ਦੀ ਉਹ ਤਾਂ ਜਾਰੀ ਰਹਿੰਦੀ ਹੈ। ਸੋ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਬੀਜੇਪੀ ਇੰਨੇ ਦਿਨ ਜਿਹੜਾ ਵਰਕ ਕੀਤਾ ਹੈ, ਬੀਜੇਪੀ ਨੇ ਵੱਡੇ ਵੱਡੇ ਲੀਡਰ ਵੀ ਇੱਥੇ ਜਲੰਧਰ ਦੇ ਵਿੱਚ ਪਹੁੰਚੇ, ਜਿਮਨੀ ਚੋਣਾਂ ਦੇ ਵਿੱਚ ਪ੍ਰਚਾਰ ਕੀਤਾ, ਲੋਕਾਂ ਤੱਕ ਪਹੁੰਚੇ, ਕਿਵੇਂ ਦਾ ਰਿਸਪੌਂਸ ਆਇਆ? ਜਿੰਦਰ ਇੱਕ ਚੀਜ਼ ਮੈਂ ਬਹੁਤ ਸਾਫ਼ ਕਰਨਾ ਚਾਹੁੰਦਾ ਮੇਰੇ ਸਾਰੇ ਵਿਊਅਰ ਨੂੰ ਕਿ ਭਾਰਤੀ ਜਨਤਾ ਪਾਰਟੀ ਸਿਰਫ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਟੀ ਨਹੀਂ ਹੈ, ਬਲਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈਗੀ ਹੈ। ਔਰ ਸਭ ਤੋਂ ਵੱਡਾ ਮਜ਼ਬੂਤ ਔਰ ਅੱਜ ਦੇ ਦਿਨ ਦਾ ਸਭ ਤੋਂ ਨੰਬਰ 1 ਲੀਡਰ ਹੈ ਮਾਨनीय ਨਰਿੰਦਰ ਮੋਦੀ ਜੀ, ਸਾਡੇ ਪ੍ਰਧਾਨ ਮੰਤਰੀ, ਜਿਹੜੇ ਬੀਜੇਪੀ ਨੂੰ ਲੀਡ ਕਰ ਰਹੇ ਨੇ। ਤੇ ਮੇਰਾ ਇਹ ਕਹਿਣਾ ਹੈ ਕਿ ਚੋਣ ਚਾਹੇ ਉਹ ਕਿਤੇ ਵੀ ਹੋਏ, ਪੰਜਾਬ 'ਚ ਹੋਏ, ਹਿੰਦੁਸਤਾਨ ਦੇ ਕਿਸੇ ਹਲਕੇ 'ਚ ਵੀ ਹੋਏ, ਉਹਦਾ ਰਿਜ਼ਲਟ ਲੋਕੀ ਪਹਿਲੇ ਤੇ ਬਾਅਦ ਦਿਖਦੇ ਨੇ ਕਿ ਲੋਕਲ ਕੈਂਡੀਡੇਟ ਕਿਹੜਾ ਹੈਗਾ। ਸਭ ਤੋਂ ਪਹਿਲੇ ਉਹ ਸੋਚਦੇ ਨੇ ਕਿ ਮੋਦੀ ਜੀ ਨੇ ਕੀ ਕੀਤਾ ਇਸ ਕੰਟਰੀ ਵਾਸਤੇ, ਇਸ ਸਟੇਟ ਵਾਸਤੇ। ਮੈਂ ਜਿੰਦਰ ਦਿਲੋਂ ਕਹਿ ਰਿਹਾ, ਮੈਂ ਰਾਜਨੀਤੀ ਬੜੀ ਕਲੋਜ਼ ਤੋਂ ਦੇਖੀ ਹੈ, ਲੇਕਿਨ ਲੀਡਰ ਜਿੱਦਾਂ ਨਰਿੰਦਰ ਮੋਦੀ ਜੀ ਸਾਡੇ ਹੈਗੇ ਨੇ ਬੀਜੇਪੀ ਦੇ, ਇਸ ਮੁਲਕ ਨੂੰ ਲੀਡ ਕਰ ਰਹੇ ਨੇ। ਮੈਂ ਕਹਿ ਰਿਹਾ ਮੁਲਕ ਦਾ ਉਸਨੇ ਨਸੀਬ, ਤਕਦੀਰ ਸਭ ਚੇਂਜ ਕਰ ਦਿੱਤੀ। ਇਹ ਹੀ ਹਿੰਦੁਸਤਾਨ ਸੀਗਾ, ਦੁਨੀਆ ਦੇਖ ਕੇ ਰਾਜੀ ਨਹੀਂ ਸੀਗੀ। ਅੱਜ ਇਹ ਹਿੰਦੁਸਤਾਨੀ ਕਿਤੇ ਬਾਹਰ ਜਾਂਦੇ ਨੇ, ਹਰ ਬੰਦਾ ਸਲੂਟ ਕਰਦਾ ਹੈ। ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਣਾ, ਜਿਹੜੇ ਲੋਕੀ ਪੰਜਾਬ ਵਿੱਚ ਵੀ ਬੀਜੇਪੀ ਨੂੰ ਨਹੀਂ ਚਲਦੇ ਸੀਗੇ, ਉਹ ਅੱਜ ਦੇ ਦਿਨ ਇਹ ਸੋਚਦੇ ਨੇ ਕਿ ਅਗਰ ਕੋਈ ਬੇੜਾ ਪਾਰ ਕਰ ਸਕਦਾ ਇਸ ਪੰਜਾਬ ਦਾ ਤੇ ਮਾਨनीय ਨਰਿੰਦਰ ਮੋਦੀ ਜੀ ਕਰ ਸਕਦੇ ਨੇ। ਔਰ ਯਕੀਨ ਨਾਲ ਕਹਿਣਾ ਇਹ ਇਫੈਕਟ ਤੁਸੀਂ ਇਸ ਇਲੈਕਸ਼ਨ ਦੇ ਰਿਜ਼ਲਟ ਤੇ ਦੇਖਿਓ। ਤੁਸੀਂ ਕਿਹਾ ਕਿ ਇੱਕ ਹੀ ਵਿਕਲਪ ਹੈ, ਤੁਹਾਡਾ ਨਾਰਾ ਵੀ ਹੈ ਬੀਜੇਪੀ ਦਾ ਇਸ ਇਲੈਕਸ਼ਨ ਦੇ ਵਿੱਚ ਕਿ ਇੱਕੋ ਹੀ ਵਿਕਲਪ ਹੈ ਪੰਜਾਬ ਦੇ ਲਈ, ਉਹ ਬੀਜੇਪੀ। ਤੇ ਉਹ ਕਿਉਂ ਹੈ? ਦੇਖੋ ਜੀ, ਮੈਂ ਰਜਿੰਦਰ ਇੱਕ ਗੱਲ ਬੜੀ ਸਾਫ਼ ਕਰਨਾ ਚਾਹੁੰਦਾ, ਕਿਸੇ ਆਦਮੀ 'ਚ ਇੰਨੀ ਕਨਵਿਕਸ਼ਨ ਨਹੀਂ ਹੁੰਦੀ ਜਿਹੜੀ ਮੋਦੀ ਸਾਹਿਬ ਵਿੱਚ। ਉਹ ਜੋ ਕੁਝ ਕਹਿੰਦੇ ਨੇ ਉਹ 100% ਕਰਦੇ ਨੇ। ਉਹਦੇ 'ਚ ਕਿੰਨੀ ਆਲੋਚਨਾ ਹੋਏ, ਦੁਨੀਆ ਕਿੰਨੀਆਂ ਗੱਲਾਂ ਕਰਨ, ਜੇ ਉਹਨਾਂ ਨੇ ਡਿਸਾਈਡ ਕੀਤਾ ਹੈ ਕਿ ਬਾਰਡਰ ਬੰਗਲਾਦੇਸ਼ ਨਾਲ ਖਤਮ ਕਰਨਾ ਹੈ, ਉਹਨਾਂ ਨੇ ਪਲੱਸ ਮਾਈਨਸ ਕਰਕੇ ਬਾਰਡਰ ਖਤਮ ਬਣਾ, ਡਿਸਪਿਊਟ ਖਤਮ ਕਰਤਾ, ਬਾਰਡਰ ਬਣਾਤਾ। ਜੇ ਉਹਨਾਂ ਨੇ ਡਿਸਾਈਡ ਕੀਤਾ ਕਿ ਨਹੀਂ ਅਸੀਂ 370 ਖਤਮ ਕਰਨਾ ਹੈ, ਉਹਨਾਂ ਨੇ ਕਰ ਦਿੱਤਾ, ਦੁਨੀਆ ਜੋ ਮਰਜ਼ੀ ਬੋਲੇ। ਔਰ ਮੋਦੀ ਸਾਹਿਬ ਨੇ ਡਿਸਾਈਡ ਕੀਤਾ ਕਿ ਨਹੀਂ ਇਹ ਰਾਮ ਮੰਦਿਰ ਬਣਨਾ ਚਾਹੀਦਾ ਹੈ, ਬਣਾ ਦਿੱਤਾ। ਦੁਨੀਆ ਨੇ ਦੇਖਿਆ ਜਿਹੜਾ ਪਿਛਲੇ 70 ਸਾਲ ਤੋਂ ਨਹੀਂ ਹੋਇਆ ਸੀਗਾ। 1 ਰੰਕ 1 ਪੈਨਸ਼ਨ, ਮੈਂ ਫੌਜੀ ਬੰਦਾ, ਸਾਰੀਆਂ ਗਵਰਨਮੈਂਟਾਂ ਆਈਆਂ ਔਰ ਗਈਆਂ, ਸਭ ਤੋਂ ਵੱਡੀ ਹਿੰਦੁਸਤਾਨ ਦੇ ਫੌਜੀਆਂ ਦੀ ਡਿਮਾਂਡ ਸੀਗੀ ਕਿ 1 ਰੈਂਕ 1 ਪੈਨਸ਼ਨ ਹੋਣੀ ਚਾਹੀਦੀ, ਮੋਦੀ ਜੀ ਨੇ ਕਰ ਦਿੱਤੀ। ਸਭ ਤੋਂ ਦੁਨੀਆ ਦਾ ਬੜਾ ਮੁਸ਼ਕਿਲ ਕੰਮ ਸੀਗਾ, ਇੱਕ ਮੁਲਕ ਇੱਕ ਟੈਕਸ, ਮੋਦੀ ਜੀ ਨੇ ਕਰਤਾ। ਮੈਨੂੰ ਇਹ ਦੱਸੋ, ਜੇ ਬੰਦਾ ਇਹ ਸਭ ਕੁਝ ਕਰ ਸਕਦਾ ਹੈ ਤੇ ਲੋਕਾਂ ਨੂੰ ਵਿਸ਼ਵਾਸ ਤੇ ਹੋਣਾ। ਬਲੀਵ ਕਰੋ, ਇਹੀ ਪਾਰਟੀ ਸੀਗੀ, ਗਿਣ ਚੁਣ ਕੇ 2 ਸੀਟਾਂ ਸੀਗੀਆਂ, ਅੱਜ ਸਾਨੂੰ ਲੀਡਰ ਮਿਲਿਆ ਕਿ 2 ਤੋਂ 302 ਤੇ ਚਲਾ ਗਿਆ। ਤੇ ਇਮੇਜਿਨ ਕਰੋ, ਹਰ ਬੰਦਾ ਹੀ ਚਾਹੁੰਦਾ ਹੈ, ਪੰਜਾਬੀ ਹੋਏ ਕੋਈ ਹੋਏ, ਕਿ ਜਿਹੜਾ ਲੀਡਰ ਸਾਨੂੰ ਪ੍ਰੋਗਰੈਸ ਦੇਗਾ, ਕੰਮ ਦੇਗਾ, ਸਾਡੇ ਨਾਲ ਚਲੇਗਾ, ਸਾਡੀ ਸੁਨੇਗਾ, ਦੇਸ਼ ਨੂੰ ਅੱਗੇ ਲੈ ਕੇ ਜਾਏਗਾ, ਅਸੀਂ ਉਹਨੂੰ ਵੋਟ ਪਾਵਾਂਗੇ। ਔਰ ਮੈਂ ਰਜਿੰਦਰ ਯਕੀਨ ਨਾਲ ਕਹਿ ਸਕਣਾ, ਹਿੰਦੁਸਤਾਨ 'ਚ ਇਸ ਤੋਂ ਵੱਡਾ ਰੈਵੋਲੂਸ਼ਨ ਨਹੀਂ ਆਏਗਾ ਜਿਹੜਾ ਮੋਦੀ ਸਾਹਿਬ ਦੇ ਟਾਈਮ ਤੇ ਆਇਆ। ਤੁਸੀਂ ਰਿਜ਼ਲਟ ਜਲੰਧਰ ਦੇ ਦੇਖ ਲਓ। ਸਲਾਰੀਆ ਸਾਹਿਬ, ਤੁਸੀਂ ਕੰਮ ਗਿਣਾਏ, ਉਹ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਦੇਸ਼ ਦੇ ਵਿੱਚ, ਉਹਨਾਂ ਕੰਮਾਂ ਦੇ ਵਿੱਚੋਂ ਤੁਸੀਂ ਕੰਮ ਕੁਝ ਗਿਣਾਏ। ਪਰ ਪੰਜਾਬ ਦੇ ਵਿੱਚ ਜੇਕਰ ਬੀਜੇਪੀ ਦਾ ਆਧਾਰ ਬਣਦਾ ਹੈ, ਗਰਾਊਂਡ ਬਣਦੀ ਹੈ, ਜਾਂ ਹੁਣ ਚੋਣਾਂ ਦੇ ਵਿੱਚ ਜਿੱਤ ਹੁੰਦੀ ਹੈ, ਪੰਜਾਬ ਦੇ ਲਈ ਕੀ ਆਏਗਾ, ਜਾਂ ਵਿਸ਼ੇਸ਼ ਤੌਰ ਤੇ ਜਲੰਧਰ ਦੇ ਲਈ ਕੀ ਆਏਗਾ? ਦੇਖੋ ਅਜਿੰਦਰ, ਐਟ ਦਾ ਮੋਮੈਂਟ ਮੈਂ ਤੁਹਾਨੂੰ ਦੱਸਾਂ, ਪੰਜਾਬ 'ਚ ਅਸੀਂ ਫੋਰਚੂਨੇਟਲੀ ਸਾਡਾ ਗਠਬੰਧਨ ਸੀਗਾ ਅਕਾਲੀ ਦਲ ਦਾ ਜੀ। ਅਸੀਂ ਬੜੇ ਛੋਟੇ ਲੈਵਲ ਤੇ ਉਹਨਾਂ ਦੇ ਨਾਲ ਸਾਂਝੀਦਾਰੀ ਸੀਗੀ।
ਅਸੀਂ 23 ਸੀਟਾਂ ਲੜਦੇ ਸੀ ਐਮਐਲਏ ਦੀਆਂ, ਉਹ 3 ਸੀਟਾਂ ਐਮਪੀ ਦੀਆਂ, ਕੰਟਰੀਬਿਊਸ਼ਨ ਬੜੀ ਘੱਟ ਸੀਗੀ। ਹੁਣ ਜਦ ਇਹ ਮੇਰਾ ਖਿਆਲ ਹੈ ਪਹਿਲੀ ਚੋਣ ਹੈ ਸਾਡੇ ਅਕਾਲੀ ਦਲ ਦੇ ਬਗੈਰ ਲੜਨ ਦੀ ਮੈਂਬਰ ਆਫ ਪਾਰਲੀਮੈਂਟ ਦੀ, ਪਹਿਲੀ ਚੋਣ ਹੈ। ਤੇ ਮੈਨੂੰ ਬੜਾ ਯਕੀਨ ਹੈ ਕਿ ਇਹ ਇਫੈਕਟ ਤੁਸੀਂ ਦੇਖੋ, ਬਿਕੋਜ਼ ਅੱਜ ਹਰ ਬੰਦਾ ਇਹ ਸੋਚਦਾ ਕਿ ਅਗਰ ਸੈਂਟਰ ਵਿੱਚ ਕਿਸੇ ਲੀਡਰ ਨੂੰ ਅਸੀਂ ਆਪਣੇ ਸਟੇਟ ਚੋਂ ਭੇਜਣਾ ਹੈ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੂੰ ਹੀ ਭੇਜੀਏ, ਕਿਉਂਕਿ ਉਹਦੇ ਨਾਲ ਹੀ ਫਾਇਦਾ ਹੈ। ਤੇ ਮੈਂ ਜਲੰਧਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਮੋਦੀ ਸਭ ਤੋਂ ਬੜੀਆ ਇਨਸਾਨ, ਕਮਿਟਡ ਇਨਸਾਨ, 1 ਪੁਆਇੰਟ ਫਾਰਮੂਲਾ, ਦੇਸ਼ ਵਾਸਤੇ ਜਿੰਦੇ ਨੇ, ਦੇਸ਼ ਵਾਸਤੇ ਉਹ ਅੱਜ ਜੋ ਕੁਝ ਕਰ ਰਹੇ ਦੇਸ਼ ਵਾਸਤੇ ਕਰ ਰਹੇ ਨੇ। ਤੇ ਮੈਨੂੰ ਪੂਰਾ ਯਕੀਨ ਹੈ ਕਿ ਜਲੰਧਰ ਵਾਸੀ ਜਿਹੜੇ ਨੇ ਮੋਦੀ ਸਾਹਿਬ ਨੂੰ ਦੇਖ ਕੇ ਇਹ ਜ਼ਰੂਰ ਬੀਜੇਪੀ ਨੂੰ ਵੋਟ ਪਾਣਗੇ, ਅਟਵਾਲ ਸਾਹਿਬ ਇੱਥੋਂ ਜਿੱਤ ਕੇ ਜਾਣਗੇ। ਯਕੀਨ ਨਾਲ ਕਹਿ ਸਕਣਾ ਜੋ ਮੋਦੀ ਸਾਹਿਬ, ਅਟਵਾਲ ਸਾਹਿਬ ਜਾਣਗੇ ਮੋਦੀ ਸਾਹਿਬ, ਉਹ ਜਲੰਧਰ ਵਾਸਤੇ ਜ਼ਰੂਰ ਦੇਣਗੇ। ਇਹ ਮੈਂ ਯਕੀਨ ਨਾਲ ਕਹਿ ਸਕਣਾ, ਕਿਉਂਕਿ ਮੋਦੀ ਸਾਹਿਬ ਨੂੰ ਬੜੇ ਕਲੂ ਤੋਂ ਜਾਣਦਾ। ਉਹ ਬੰਦਾ ਕਦੇ ਕਿਸੇ ਐਮਪੀ ਨੂੰ ਉਸਦੇ ਏਰੀਆ ਦੇ ਪ੍ਰੋਗਰੈਸ ਵਾਸਤੇ ਕੋਈ ਚੀਜ਼ ਦੇ ਮਨਾ ਨਹੀਂ ਕਰਨਗੇ। ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਤੇ ਇੱਥੇ ਪਿਛਲੀਆਂ ਸਰਕਾਰਾਂ ਵੀ ਰਹੀਆਂ ਜਾਂ ਫਿਰ ਮੌਜੂਦਾ ਸਰਕਾਰ ਹੈ, ਸੀਐਮ ਭਗਵੰਤ ਮਾਨ ਸਾਹਿਬ ਨੇ, ਉਹ ਕਹਿੰਦੇ ਨੇ ਕਿ ਸਾਡਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਦੇ ਰਹੇ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਇਨਕਾਰ ਕਰ ਦਿੰਦੀ ਹੈ ਕੇਂਦਰ, ਸੈਂਟਰ ਸਾਨੂੰ ਇੱਕ ਤਰ੍ਹਾਂ ਦਾ ਕੰਮ ਕਰਨ ਨਹੀਂ ਦੇ ਰਹੀ, ਪਰ ਅਸੀਂ ਫਿਰ ਵੀ ਉਂਗਲੀ ਟੇਢੀ ਕਰਕੇ ਆਪਣਾ ਕੰਮ ਕਢਵਾ ਲੈਂਦੇ ਆ। ਇਸ ਦੇ ਬਾਰੇ ਕੀ ਕਹੋਗੇ ਕਿ ਵਾਕਈ ਮਤਲਬ ਜਿਹੜੀ ਕੇਂਦਰ ਸਰਕਾਰ ਹੈ ਉਹ ਰੋਕਦੀ ਹੈ ਇਹ ਸਾਰੀਆਂ ਚੀਜ਼ਾਂ? ਤੁਸੀਂ ਇਸ ਤੇ ਕੀ ਕਹੋਗੇ? ਨਹੀਂ, ਮੈਂ ਬਿਲਕੁਲ ਐਗਰੀ ਨਹੀਂ ਕਰਾਂਗਾ ਕਿ ਮੋਦੀ ਜੀ ਦਾ ਤਰ੍ਹਾਂ ਦਾ ਮਜ਼ਬੂਤ ਲੀਡਰ ਹੋਏ, ਉਹਨੂੰ ਕੋਈ ਉਂਗਲੀ ਦੇ ਕੇ ਕੁਝ ਕੱਢ ਲੈ, ਇੰਪੋਸੀਬਲ। ਫੰਡ ਕਿਉਂ ਨਹੀਂ ਮਿਲ ਰਹੇ? ਹੁਣ ਅਗਰ ਕੋਈ ਫੰਡ ਐਜੂਕੇਸ਼ਨ ਵਾਸਤੇ ਆਉਂਦਾ ਹੈ, ਤੁਸੀਂ ਚੱਕ ਕੇ ਉਹਦੀਆਂ ਬਿਲਡਿੰਗਾਂ ਬਣਾ ਲਓ, ਉਹ ਬਿਜਲੀ ਜਿੱਥੇ ਫ੍ਰੀ ਦੇ ਰਹੇ ਹੋ ਉੱਥੇ ਯੂਜ਼ ਕਰ ਲਓ। ਜੇ ਫੰਡ ਕਿਸੇ ਨੇ ਭੇਜਿਆ ਹੈ ਕਿ ਕਿਸੇ ਮੈਡੀਕਲ ਵਾਸਤੇ, ਉਹ ਤੁਸੀਂ ਚੱਕ ਕੇ ਕਿਤੇ ਹੋਰ ਲਾ ਲਓ, ਕਿਤੇ ਆਪਣੇ ਪਰਵਤਵਾ ਦੇ ਸਾਈਨ ਕਰ। ਮੈਨੂੰ ਇਹ ਦੱਸੋ, ਗਲਤ ਤੁਸੀਂ ਕਰ ਰਹੇ ਹੋ, ਬਲੇਮ ਤੁਸੀਂ ਸੈਂਟਰ ਨੂੰ ਕਰ ਰਹੇ ਹੋ। ਜੇ ਸੈਂਟਰ ਤੁਹਾਨੂੰ ਫੰਡ ਜਿਸ ਡਿਪਾਰਟਮੈਂਟ ਵਾਸਤੇ ਭੇਜ ਰਿਹਾ, ਯੂਜ਼ ਕਰੋ। ਗਾਰੰਟੀ ਨਾਲ ਕਹਿਣਾ ਕਦੇ ਨੁਕਸਾਨ ਨਹੀਂ ਹੋਏਗਾ, ਕਦੇ ਸੈਂਟਰ ਰਿਫਿਊਜ਼ ਨਹੀਂ ਕਰੇਗਾ। ਲੇਕਿਨ ਤੁਹਾਡੀਆਂ ਆਪਣੀਆਂ ਕਮਿਟਮੈਂਟਾਂ ਜਿਹੜੀਆਂ ਤੁਸੀਂ ਇਲੈਕਸ਼ਨ ਦੇ ਟਾਈਮ ਤੇ ਕੀਤੀਆਂ ਨੇ, ਉਹ ਮੋਦੀ ਜੀ ਨੂੰ ਪੁੱਛ ਕੇ ਤੇ ਨਹੀਂ ਕੀਤੀਆਂ ਨੇ ਜੀ ਕਿ ਤੁਸੀਂ ਪੈਸੇ ਦਿਓਗੇ ਤੇ ਜਿਹੜੀਆਂ ਅਸੀਂ ਕਮਿਟਮੈਂਟਾਂ ਲੋਕਾਂ ਨੂੰ ਪੂਰੀਆਂ ਕਰਨੀਆਂ ਨੇ। ਮੈਨੂੰ ਇਹ ਦੱਸੋ, ਇਹ ਆਪ ਪਾਰਟੀ ਨੇ ਜਦੋਂ ਇਲੈਕਸ਼ਨ ਲੜੀ ਸੀਗੀ, ਉਹਨਾਂ ਨੂੰ ਇਹ ਸੋਚਣਾ ਸੀਗਾ ਕਿ ਸਾਡੇ ਕੋਲ ਫੰਡ ਕਿੰਨੇ ਹੋਣਗੇ ਪੰਜਾਬ 'ਚ, ਅਸੀਂ ਕਿੰਨੀਆਂ ਕਮਿਟਮੈਂਟ ਪੂਰੀਆਂ ਕਰ ਸਕਦੇ ਹਾਂ, ਉਹਨਾਂ ਲੋਕਾਂ ਨਾਲ ਵਾਅਦਾ ਕਰੀਏ। ਹੁਣ ਪੈਸੇ ਸੈਂਟਰ ਭੇਜਦੇ, ਇੱਕ ਲੱਖ ਕੰਮ ਵਾਸਤੇ ਯੂਜ਼ ਕਰ ਲੈਂਦੇ ਨੇ ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤੇ ਨੇ, ਤੇ ਸੈਂਟਰ ਤੇ ਪੈਸੇ ਨਹੀਂ ਦੇਗੀ। ਪਰ ਚੀਫ ਮਿਨਿਸਟਰ ਸਾਹਿਬ ਮੇਰੇ ਬੜੇ ਅਜ਼ੀਜ਼ ਨੇ, ਮੈਂ ਬਹੁਤ ਰਿਸਪੈਕਟ ਕਰਨਾ, ਕਿਉਂਕਿ ਉਹ ਵੀ ਇੱਕ ਪਿੰਡ ਤੋਂ ਆਉਂਦੇ ਨੇ। ਜੇਕਰ ਉਹਨਾਂ ਨੂੰ ਕੱਲ ਨੂੰ ਕੋਈ ਤਕਲੀਫ ਹੋਵੇ ਕਿ ਸੈਂਟਰ ਉਹਨਾਂ ਦੀ ਗੱਲ ਨਹੀਂ ਮੰਨਦੀ, ਕੀ ਤੁਹਾਡੇ ਤੱਕ ਪਹੁੰਚ ਸਕਦੇ ਨੇ ਵੀ ਤੁਸੀਂ ਪਹੁੰਚਾ ਦਿਓ? ਚੀਫ ਮਿਨਿਸਟਰ ਸਾਹਿਬ ਦਾ ਮੈਂ ਬਹੁਤ ਰਿਸਪੈਕਟ ਕਰਨਾ ਕਿ ਬੰਦੇ ਨੇ ਇੰਨੀ ਪ੍ਰੋਗਰੈਸ ਕੀਤੀ ਹੈ, ਆਮ ਆਦਮੀ ਹੈ, ਪਿੰਡ ਤੋਂ ਹੈ, ਸਾਰਾ ਦੁੱਖ ਸੁੱਖ ਜਾਣਦਾ ਹੈ। ਮੈਂ ਤੇ ਕਹਿਣਾ ਉਹਨਾਂ ਨੂੰ ਚਾਹੀਦਾ ਆਪਣਾ ਬੋਰੀ ਬਿਸਤਰਾ ਲੈ ਕੇ ਉਂਗਲੀ ਟੇਢੀ ਨਾ ਕਰਨ, ਸਿੱਧਾ ਮੋਦੀ ਜੀ ਕੋਲ ਜਾਣ, ਬੇਨਤੀ ਕਰਨ ਕਿ ਸਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ, ਮਾਫ, ਲੇਕਿਨ ਮੇਰੇ ਨਾਲ ਸਾਥ ਦਿਓ ਪੰਜਾਬ ਦੀ ਪ੍ਰੋਗਰੈਸ ਵਾਸਤੇ। ਯਕੀਨ ਨਾਲ ਕਹਿ ਸਕਣਾ ਮੋਦੀ ਸਾਹਿਬ ਕਦੇ ਰਿਫਿਊਜ਼ ਨਹੀਂ ਕਰਨਗੇ। ਹੁਣ ਗੱਲ ਕਰ ਲੈਂਦੇ ਆ ਤੁਹਾਡੇ ਏਰੀਆ ਦੀ, ਗੁਰਦਾਸਪੁਰ ਦੀ। ਉੱਥੋਂ ਤੁਸੀਂ ਐਮਪੀ ਦੀਆਂ ਇਲੈਕਸ਼ਨ ਵੀ ਲੜੀਆਂ ਹੈ ਨਾ, ਔਰ ਬਹੁਤ ਵੱਡੇ ਜਿਹੜੇ ਰਾਜਨੇਤਾ ਨੇ ਜਿਨ੍ਹਾਂ ਨੂੰ ਪੰਜਾਬ ਦਾ ਮੰਨਿਆ ਜਾਂਦਾ ਹੈ, ਉਹ ਅੱਜ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ, ਸੁਨੀਲ ਜਾਖੜ ਸਾਹਿਬ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੇਖਿਆ ਜਾਵੇ? ਕੀ ਤੁਸੀਂ, ਜੇ ਉਹਨਾਂ ਨੂੰ ਐਮਪੀ ਦੀ ਸੀਟ ਮਿਲ ਜਾਏਗੀ ਤਾਂ ਫਿਰ ਕੀ ਤੁਹਾਨੂੰ ਨਹੀਂ ਲੱਗੇਗਾ ਕਿ ਇਹ ਮੇਰੇ ਨਾਲ ਥੋੜਾ ਜਿਹਾ ਕੁਝ ਹੋਰ ਵਤੀਰਾ ਹੋ ਗਿਆ, ਕਿ ਜਾਂ ਉਹਨਾਂ ਦਾ ਸਾਥ ਦਓਗੇ ਤੁਸੀਂ? ਦੇਖੋ, ਸੁਨੀਲ ਜਾਖੜ ਜੀ ਮੇਰੇ ਬਹੁਤ ਅਜ਼ੀਜ਼ ਨੇ, ਮੈਂ ਉਹਨਾਂ ਦੇ ਅਗੇਂਸਟ ਇਲੈਕਸ਼ਨ ਲੜੀ ਹੈ। ਮੈਂ ਬੀਜੇਪੀ ਤੋਂ ਲੜੀ ਹੈ, ਉਹ ਕਾਂਗਰਸ ਤੋਂ ਲੜ ਰਹੇ ਸੀਗੇ, ਅੱਜ ਇਕੱਠੇ ਹੋ ਗਏ। ਔਰ ਮੈਂ ਯਕੀਨ ਨਾਲ ਕਹਿ ਸਕਣਾ ਸੁਨੀਲ ਜੀ ਕਦੇ ਕਿਸੇ ਨੂੰ ਹਾਰਮ ਨਹੀਂ ਕਰ ਸਕਦੇ। ਇਹ ਸੱਚੇ ਗੁੱਡ ਸੋਲ। ਮੈਂ ਆਪਣੀ ਇੰਨੀ ਇਨਸਾਨੀਅਤ ਕੁੱਟ ਕੇ ਭਰੀ ਉਸ ਬੰਦੇ 'ਚ। ਅਗਰ ਉਹਨਾਂ ਨੂੰ ਟਿਕਟ ਦਿੰਦੀ ਹੈ, ਉਹਨਾਂ ਨੇ ਲੜਨਾ, ਮੈਨੂੰ ਕਹਿ ਦੇਣ ਸਵਰਨ ਸਲਾਰੀਆ ਉਹਨਾਂ ਦੇ ਨਾਲ ਹਮੇਸ਼ਾ ਖੜਾ ਹੈ, ਉਹ ਮੇਰੇ ਨਾਲ ਖੜਿਆ, ਮੈਨੂੰ ਆਈ ਡੋਂਟ ਕੇਅਰ। ਬਟ ਮੈਂ ਸੁਨੀਲ ਜਾਖੜ ਦੀ ਅਗਰ ਸਲਾਰੀਆ, ਮਿਸਟਰ ਸਵਰਨ ਸਲਾਰੀਆ ਸਪੋਰਟ ਚਾਹੁੰਦੇ ਨੇ ਗੁਰਦਾਸਪੁਰ ਤੋਂ, ਆਈ ਵਿਲ ਸਪੋਰਟ ਹਿਮ। ਇਹ ਕੋਈ ਗੱਲ ਨਹੀਂ ਹੈਗੀ, ਕਿਉਂਕਿ ਮੈਂ ਪਲਿਆਂ ਪੈਦਾ ਹੋਇਆ ਗੁਰਦਾਸਪੁਰ ਵਿੱਚ। ਮੈਂ ਇੱਕ ਫਰੀडम ਫਾਈਟਰ ਦਾ ਬੇਟਾ ਹੈਗਾ। ਅੱਜ ਮੇਰਾ ਮੈਡੀਕਲ ਕਾਲਜ ਔਰ ਮੇਰਾ ਸੈਟਅਪ ਬਹੁਤ ਮਜ਼ਬੂਤ ਹੈ, ਕਿਉਂਕਿ ਰਜਿੰਦਰ ਮੈਂ ਇੱਕ ਗੱਲ ਅੱਜ ਤੁਹਾਡੇ ਇਸ ਚੈਨਲ ਤੇ ਕਹਿਣਾ ਚਾਹੁੰਦਾ, ਮੈਂ ਅੱਜ ਹੈਲਥ ਕੇਅਰ ਇੰਨਾ ਈਜ਼ੀ ਕਰਦੇ, ਇੰਨਾ ਸਸਤਾ ਕਰ ਦਿੱਤਾ ਹੈ ਜੀ ਕਿ 9500 ਤੋਂ ਲੈ ਕੇ 19500 ਨਾਲ ਕੋਈ ਸਰਜਰੀ,
ਕੋਈ ਆਪਰੇਸ਼ਨ, ਕੋਈ ਬਿਮਾਰੀ, ਤੁਸੀਂ ਉਹਦੇ ਵਿੱਚ ਮੇਰੇ ਡਾਕਟਰਾਂ ਦਾ ਇਲਾਜ, ਮੇਰੇ ਰਹਿਣ ਦਾ, ਖਾਣ ਦਾ, ਦਵਾਈਆਂ ਦਾ, ਘਰ ਤੱਕ ਛੱਡਣ ਦਾ, ਇਹਦੇ ਤੋਂ 1 ਰੁਪਿਆ ਜ਼ਿਆਦਾ ਲੱਗੇਗਾ। ਇਹ ਮੈਂ ਅੱਜ ਹੀ ਅਨਾਉਂਸ ਕੀਤਾ ਹੈ। ਇਹਦੇ ਇਲਾਵਾ ਇੱਕ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਮੈਂ ਫਾਰਮ ਕੀਤੀ ਹੈ। ਹਰ ਘਰ ਚੋਂ ਇੱਕ ਮੈਂਬਰ ਬਣਾ ਰਿਹਾ ਮੈਂ। 1 ਲੱਖ ਮੈਂਬਰ ਤੇ ਮੇਰੇ ਆਲਮੋਸਟ ਕੰਪਲੀਟ ਹੋਣ ਤੇ ਆ ਗਏ ਨੇ। ਉਹ 1 ਲੱਖ ਮੈਂਬਰ ਆਉਣ ਵਾਲੇ 5 ਸਾਲ ਤੱਕ, ਪੈਰ ਤੋਂ ਲੈ ਕੇ ਸਿਰ ਤੱਕ, ਚਾਹੇ ਹਾਰਟ ਦੀ ਸਰਜਰੀ ਹੋਏ, ਕਿਡਨੀ ਹੋਏ, ਕੋਈ ਸਰਜਰੀ ਹੋਏ, 5 ਸਾਲ ਤੱਕ ਫ੍ਰੀ ਹੋਏਗੀ। 1 ਰੁਪਿਆ ਨਹੀਂ ਲੱਗੇਗਾ। ਇਹ ਮੈਂ ਗੁਰਦਾਸਪੁਰ ਵਾਸਤੇ ਕਰ ਰਿਹਾ ਤੇ ਮੈਂ ਤੁਹਾਨੂੰ ਯਕੀਨ ਨਾਲ ਕਹਿ ਰਿਹਾ, ਜਿਹੜੇ ਮੇਰੇ ਮੈਂਬਰ ਨੇ ਉਹਦੇ ਇਲਾਵਾ ਉਹਨਾਂ ਦੇ ਪਰਿਵਾਰ ਦੇ ਲੋਕੀ, ਜੋ ਵੀ ਉਹਨਾਂ ਦਾ ਬਿੱਲ ਬਣੇ, ਮੇਰੇ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਪਠਾਨਕੋਟ 50% ਉਹਦੇ ਡਿਸਕਾਊਂਟ ਹੋਏਗਾ। ਇਹ ਕੋਈ ਇਲੈਕਸ਼ਨ ਨਹੀਂ ਹੈਗੀ ਹੈ, ਇਹ ਮੇਰਾ ਪਿਆਰ ਹੈ ਮੇਰੇ ਲੋਕਾਂ ਵਾਸਤੇ, ਮੇਰੇ ਭਰਾ ਵਾਸਤੇ, ਕਿਉਂਕਿ ਜਿਸ ਸੁਸਾਇਟੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਮੇਰਾ ਫਰਜ਼ ਉਹਨਾਂ ਦੇ ਵਾਸਤੇ ਵੀ ਹੈਗਾ ਕਿ ਮੈਂ ਕੁਝ ਜ਼ਰੂਰ ਕਰਾਂ। ਔਰ ਇਹ ਮੈਂ ਹੈਲਥ ਕੇਅਰ ਹਰ ਪਰਿਵਾਰ 'ਚ ਪਹੁੰਚਾ ਦਿੱਤੀ ਹੈ। ਕਿਸੇ ਨੂੰ ਜੋ ਚਾਹੁੰਦਾ ਹੈ ਉਹ ਆ ਸਕਦਾ ਹੈ। ਮੇਰਾ ਖਿਆਲ ਹੈ ਮੇਰੇ ਮੈਂਬਰ ਤਾਂ ਸਾਰੇ ਫ੍ਰੀ ਨੇ, ECH ਸਾਰਾ ਫ੍ਰੀ ਹੈ, ਆਯੁਸ਼ਮਾਨ ਸਾਰਾ ਫ੍ਰੀ ਹੈ। ਬਾਕੀ 19,500 ਰੁਪਏ ਤੋਂ 1 ਰੁਪਿਆ ਜ਼ਿਆਦਾ ਨਹੀਂ ਲੱਗੇਗਾ। ਇਮੇਜਿਨ ਕਰੋ ਕਿ ਅਸੀਂ ਕੀ ਰੈਵੋਲੂਸ਼ਨ ਗੁਰਦਾਸਪੁਰ 'ਚ ਲੈ ਕੇ ਆ ਰਹੇ ਹਾਂ। ਇਸ ਵਾਸਤੇ ਜਿਹੜਾ ਵੀ ਕੈਂਡੀਡੇਟ ਗੁਰਦਾਸਪੁਰ ਤੋਂ ਹੋਏਗਾ ਉਹ 100% ਜਿੱਤੇਗਾ ਬੀਜੇਪੀ ਵਾਸਤੇ। ਔਰ ਡੈਫੀਨਿਟਲੀ ਬੀਜੇਪੀ ਦਾ ਇੱਕ ਚਿਹਰਾ ਹੋਏਗਾ ਪੰਜਾਬ ਤੋਂ। ਕੋਈ ਵੀ ਕੰਮ ਕਰਾਉਣਾ ਹੋਏਗਾ ਸੈਂਟਰ ਗਵਰਨਮੈਂਟ ਤੋਂ, ਉਹ 100% ਹੋਏਗਾ। ਬਿਲਕੁਲ ਮੈਡੀਕਲ ਇੰਡਸਟਰੀ ਦੇ ਵਿੱਚ ਬੜੀ ਵੱਡੀ ਰਾਹਤ ਗੁਰਦਾਸਪੁਰ ਵਾਸੀਆਂ ਦੇ ਲਈ ਹੋਵੇਗੀ ਅਗਰ ਇਹ ਅਜਿਹਾ ਹੋ ਜਾਂਦਾ ਹੈ ਤਾਂ। ਨਾਲ ਹੀ ਇੱਕ ਹੋਰ ਸਮੱਸਿਆ ਹੈ ਕਿ ਬਾਰਡਰ ਏਰੀਆ ਹੈ ਤੇ ਨਾਲ ਬਹੁਤ ਸਾਰੇ ਏਰੀਆ ਜਿਹੜੇ ਉਹਦੇ ਨਾਲ ਲੱਗਦੇ ਵੀ ਨੇ। ਸੋ ਉੱਥੇ ਜਿਹੜੀ ਇੰਡਸਟਰੀ ਹੈ, ਇੰਡਸਟਰੀ ਦਾ ਕੋਈ ਆਧਾਰ ਨਹੀਂ ਹੈ। ਕਿ ਇੰਡਸਟਰੀ ਦੇ ਲਈ ਸੈਂਟਰ ਸਰਕਾਰ ਕੁਝ ਕਰ ਰਹੀ ਹੈ ਜਾਂ ਕੋਈ ਪਲਾਨ ਚੱਲ ਰਿਹਾ ਉਹਨਾਂ ਦਾ? ਰਜਿੰਦਰ, ਬੜੇ ਦੁੱਖ ਦੀ ਗੱਲ ਹੈ। ਮੇਰੇ ਪ੍ਰਾਈਮ ਮਿਨਿਸਟਰ ਆਏ ਸੀਗੇ ਮਾਨनीय नरेंद्र मोदी जी ਪਠਾਨਕੋਟ ਇਲੈਕਸ਼ਨ ਦੇ ਟਾਈਮ ਤੇ। ਮੀਡੀਆ ਨੇ ਕਿਉਂ ਨਹੀਂ ਇਹ ਪੁਆਇੰਟ ਚੁੱਕਿਆ ਮੈਨੂੰ ਨਹੀਂ ਪਤਾ। ਮਾਨनीय ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ ਵਿੱਚ ਇਹ ਜ਼ਰੂਰ ਕਿਹਾ ਸੀਗਾ ਕਿ ਮੈਂ ਬਾਰਡਰ ਦਾ ਏਰੀਆ ਜਿਹੜਾ ਹੈਗਾ ਇਹਦਾ ਸਰਵੇ ਕਰਵਾਵਾਂਗਾ, ਇੱਕ ਚੇਅਰਮੈਨ ਅਪਾਇੰਟ ਕਰਾਂਗਾ, ਬੋਰਡ ਬਣਾਵਾਂਗਾ। ਜੋ ਪ੍ਰੋਬਲਮ ਇਸ ਹਲਕੇ 'ਚ ਹੈਗੀ ਹੈ, ਜੋ ਇੰਡਸਟਰੀ ਇੱਥੇ ਲੱਗ ਸਕਦੀ ਹੈ, ਮੈਂ ਲਗਾਵਾਂਗਾ। ਬਟ ਜਿਹੜਾ ਵੀ ਉੱਥੇ ਜ਼ਿੰਮੇਵਾਰ ਬੰਦਾ ਹੋਏ ਉਹ ਮੇਰੇ ਤੱਕ ਉਹ ਅਪਰੋਚ ਲੈ ਕੇ ਆਏ। ਮੈਨੂੰ ਇਹ ਦੱਸੋ, ਇੱਕ ਪ੍ਰਧਾਨ ਮੰਤਰੀ ਅਗਰ ਇਹ ਕਹਿ ਕੇ ਜਾਂਦੇ ਨੇ ਕਿ ਇਸ ਹਲਕੇ ਵਾਸਤੇ ਮੈਂ ਰੈਡੀ ਹਾਂ ਇੰਡਸਟਰੀ ਲਗਾਉਣ ਵਾਸਤੇ, ਆਈ ਐਮ ਰੈਡੀ ਕਿ ਜੋ ਹੋਰ ਵੀ ਲੋਕਾਂ ਦੀ ਪ੍ਰੋਬਲਮ ਹੈ, ਬੱਚਿਆਂ ਨੂੰ ਕੋਈ ਰਿਜ਼ਰਵੇਸ਼ਨ ਦੇਣੀ ਹੈ, ਮੈਂ ਉਹ ਵੀ ਕਰਾਂਗਾ। ਤੇ ਹੁਣ ਸਿਰਫ ਉਹਨਾਂ ਕੋਲ ਇਹ ਮੈਸੇਜ ਜਾਣਾ ਚਾਹੀਦਾ, ਇਨ ਰਾਈਟਿੰਗ ਪ੍ਰਪੋਜ਼ਲ, ਇਹ ਕੰਮ ਹੋ ਜਾਏਗਾ। ਸਲਾਰੀਆ ਸਾਹਿਬ, ਗੁਰਦਾਸਪੁਰ ਦੇ ਲੋਕਾਂ ਨੇ ਪਿਆਰ ਦਿੱਤਾ ਸਨੀ ਦਿਓਲ ਦੇ ਰੂਪ ਦੇ ਵਿੱਚ ਬੀਜੇਪੀ ਨੂੰ, ਪਰ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਇੱਥੇ ਸਾਡੇ ਤੱਕ ਅਪੜੇ ਨਹੀਂ, ਪਹੁੰਚੇ ਨਹੀਂ। ਉਹਨਾਂ ਦਾ ਕੰਮ ਮਤਲਬ ਜਿਹੜੇ ਆ, ਫਿਰ ਕੰਮ ਉਹਨਾਂ ਦੇ ਪਿੱਛੋਂ ਕਿੱਦਾਂ ਹੋਏ? ਲੋਕਾਂ 'ਚ ਥੋੜੀ ਜਿਹੀ ਤਾਂ ਨਾਰਾਜ਼ਗੀ ਹੈ ਇਸ ਚੀਜ਼ ਨੂੰ ਲੈ ਕੇ। ਦੇਖੋ ਰਜਿੰਦਰ, ਇਹ ਸੱਚ ਹੈ। ਸਨੀ ਮੇਰੇ ਬੜੇ ਅਜੀਜ਼ ਨੇ। ਅਸੀਂ, ਮੇਰਾ ਬੰਗਲਾ ਔਰ ਉਹਨਾਂ ਦਾ ਬੰਗਲਾ ਬੰਬੇ ਵਿੱਚ ਨਜ਼ਦੀਕ ਹੈ, ਕਿਉਂਕਿ ਮੈਂ ਓਰੀਜਨਲੀ ਤੇ ਪਠਾਨਕੋਟ ਤੋਂ ਹੈ, ਗੁਰਦਾਸਪੁਰ ਤੋਂ। ਪਰ ਸਨੀ ਦਿਓਲ ਦੀ ਇੱਕ ਪ੍ਰੋਬਲਮ ਉਹਦੀ ਆਪਣੀ ਹੈਗੀ, ਬਿਕੋਜ਼ ਇੱਕ ਬੰਦਾ ਜਿਹਦੀ ਪਰਸਨਲੀ ਪ੍ਰੈਜ਼ੈਂਟ ਹੋਏਗਾ ਤਾਂ ਬਿਜ਼ਨਸ ਕਰ ਸਕਦਾ ਹੈ, ਉਹ ਹੈ ਫਿਲਮ ਇੰਡਸਟਰੀ ਜੀ। ਤੇ ਉਹਨੇ ਵਿਚਾਰੇ ਨੇ ਆਪਣੇ ਬਿਜ਼ਨਸ ਵੀ ਚਲਾਣਾ ਹੈ, ਪੈਸੇ ਵੀ ਚਾਰ ਕਮਾने ਨੇ। और मेरे जैसा बंदा अगर मैं ना भी होगा तो काम चल जाएगा, मेरा दूसरा बंदा कोई काम कर रहेगा। पर सनी दिओल ਨੂੰ ਤੇ ਕੰਮ ਹੀ ਹੋਇਆ ਜਿੱਥੇ ਉਹਨੇ ਪਰਸਨਲੀ ਪ੍ਰੈਜ਼ੈਂਟ ਰਹਿਣਾ। ਇਹਦੇ ਵਾਸਤੇ ਮੈਨੂੰ ਲੱਗ ਰਿਹਾ ਸ਼ਾਇਦ ਹੋ ਸਕਦਾ ਇਹ ਕਾਰਨ ਹੋਏ ਕਿ ਉਹ ਟਾਈਮ ਨਹੀਂ ਦੇ ਪਾ ਰਿਹਾ। ਬਾਕੀ ਲੀਡਰ ਹੈਗੀ, ਪੂਰੀ ਬੀਜੇਪੀ ਹੈਗੀ। ਮੈਂ ਗੁਰਦਾਸਪੁਰ ਵਿੱਚ 24 ਘੰਟੇ ਹਾਜ਼ਰ ਹੈਗਾ। ਮੈਂ ਗੁਰਦਾਸਪੁਰ ਦਾ ਕੋਈ ਕੰਮ ਅੱਜ ਤੱਕ ਰੋਕਣ ਨਹੀਂ ਦਿੰਦਾ। ਕੋਈ ਵੀ ਮੇਰਾ ਕਾਰਜਕਰਤਾ ਆ ਜਾਏ, ਕੋਈ ਮੇਰਾ ਉੱਥੋਂ ਦਾ ਨਿਵਾਸੀ ਆ ਜਾਏ, ਮੈਂ ਤੇ ਬਾਜੂ ਖੋਲ ਕੇ ਬੈਠਾ ਕਿ ਕਿਹੜਾ ਕੰਮ ਹੈ ਮੈਨੂੰ ਦੱਸੋ। ਸਨੀ ਦਿਓਲ ਨਹੀਂ ਤੇ ਸਵਰਨ ਸਲਾਰੀਆ, ਕਿਉਂਕਿ ਅਸੀਂ ਸਾਰੇ ਬੀਜੇਪੀ ਦੇ ਕਾਰਜਕਰਤਾ। ਇਦਾਂ ਦੀ ਕੋਈ ਪ੍ਰੋਬਲਮ ਹੈ ਨਹੀਂ। ਰਜਿੰਦਰ ਵੈਰੀ ਸ਼ੋਰ ਸਨੀ ਦਿਓਲ ਦੇ ਬਹੁਤ ਜੈਂਟਲਮੈਨ ਨੇ, ਲੇਕਿਨ सनी देओल स्वर्ण सलारिया ਉਹਨਾਂ ਵਾਸਤੇ ਕੰਮ ਕਰ ਰਹੇ ਹਾਂ, ਅਸੀਂ ਵੀ ਮੋਦੀ ਸਾਹਿਬ ਵਾਸਤੇ ਕੰਮ ਕਰ ਰਹੇ ਹਾਂ, सनी देओल ਵੀ ਮੋਦੀ ਜੀ ਵਾਸਤੇ ਕੰਮ ਕਰ ਰਿਹਾ ਔਰ ਲੋਕਾਂ ਵਾਸਤੇ ਕਰ ਰਹੇ ਹਾਂ। ਮੇਰਾ ਖਿਆਲ ਹੈ ਉਹਨਾਂ ਨੂੰ ਪਰਸਨਲ ਲੈਵਲ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ, ਬਟ ਇੰਨਾ ਜ਼ਰੂਰ ਹੈਗਾ ਕਿ ਗੁਰਦਾਸਪੁਰ ਦਾ ਕੰਮ ਬੜਾ ਸੋਹਣਾ ਚੱਲ ਰਿਹਾ। ਬਸ ਇੱਕ ਮਸਲਾ ਹੋ ਰਿਹਾ ਗੁਰਦਾਸਪੁਰ ਦਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਗੱਠਜੋੜ ਵਾਲੀ ਸਰਕਾਰ ਸੀ, ਪਰ ਉਹਦੇ ਵਿੱਚ ਇੰਟਰਫੇਰੈਂਸ ਬੀਜੇਪੀ ਦਾ ਇੰਨਾ ਜ਼ਿਆਦਾ ਨਹੀਂ ਸੀ। ਪਰ ਖੱਡਾ ਦਾ ਜਿਹੜਾ ਮਸਲਾ ਹੈ ਉਹ ਬਹੁਤ ਵੱਡਾ ਮਸਲਾ ਹੈ ਉਸ ਏਰੀਏ ਦਾ। ਹੁਣ ਜਿਹੜੀ
ਮੌਜੂਦਾ ਸਰਕਾਰ ਹੈ ਇਲਜ਼ਾਮ ਲਗਾਉਂਦੀ ਹੈ ਕਿ ਅਸੀਂ ਖੱਡਾਂ ਜਿਹੜੀਆਂ ਚੱਲਦੀਆਂ ਸੀ, ਨਜਾਇਜ਼ ਮਾਈਨਿੰਗ ਚੱਲਦੀ ਸੀ, ਉਹ ਅਸੀਂ ਹੁਣ ਬੰਦ ਕਰ ਦਿੱਤੀ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਅਜਿੰਦਰ, ਮੈਂ ਪਠਾਨਕੋਟ ਗੁਰਦਾਸਪੁਰ ਤੋਂ ਆਨਾ। ਮਾਈਨਿੰਗ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਔਰ ਮੇਰੀ ਕਾਫੀ ਵੱਡੀ ਉਹ ਕੀੜੀਆਂ ਜਿਹੜਾ ਏਰੀਆ ਹੈਗਾ ਪਠਾਨਕੋਟ 'ਚ, ਸਭ ਤੋਂ ਵੱਡੀ ਮਾਈਨਿੰਗ ਅਗਰ ਗੁਰਦਾਸਪੁਰ ਪਠਾਨਕੋਟ ਵਿੱਚ ਹੁੰਦੀ ਹੈ ਤੇ ਉੱਥੋਂ ਹੁੰਦੀ ਹੈ, ਕੋਈ ਸ਼ੱਕ ਨਹੀਂ। ਇਲੀਗਲ ਮਾਈਨਿੰਗ ਨੇ ਪਠਾਨਕੋਟ ਨੂੰ ਬਰਬਾਦ ਕਰ ਦਿੱਤਾ ਹੈ। ਏਅਰਪੋਰਟ ਦਾ ਜਿਹੜਾ ਸੜਕ ਜਾਂਦੀ ਹੈ ਸਿਟੀ ਵਾਸਤੇ, ਉਹ 80 90 ਫੁੱਟ ਖੋ ਦਿੱਤੀ ਆ, ਉਹ ਸਾਰੀ ਦੀਵਾਰ ਵਿੱਚ ਗਿਰ ਗਈ ਹੈ ਔਰ ਰਸਤਾ ਟੁੱਟ ਗਿਆ ਲੋਕਾਂ ਬਾਰੇ ਏਅਰਪੋਰਟ ਤੇ। ਥੈਂਕ ਗॉड ਕਿ ਫਲਾਈਟ ਨਹੀਂ ਹੈਗੀ ਹੈ, ਨਹੀਂ ਤਾਂ ਰਸਤਾ ਨਹੀਂ ਹੈਗਾ ਪਠਾਨਕੋਟ ਸਿਟੀ ਜਾਣ ਵਾਸਤੇ। ਮੇਰੇ ਖੇਤਾਂ ਦਾ ਪਾਣੀ, ਮੈਂ ਗੰਨਾ ਲਗਾਇਆ ਹੋਇਆ ਕੋਈ 100 ਏਕੜ, ਉਹ ਸਾਰਾ ਸੁੱਕ ਜਾਂਦਾ ਹੈ ਬਿਕੋਜ਼ ਇਹਨਾਂ ਦੀ ਮਿਹਰਬਾਨੀ ਨਾਲ, ਇਲੀਗਲ ਮਾਈਨਿੰਗ ਨਾਲ। ਮੈਂ ਇਹ ਨਹੀਂ ਕਹਿ ਰਿਹਾ ਕਿ ਅਕਾਲੀ ਦਲ ਨੇ ਜਾਂ ਬੀਜੇਪੀ ਨੇ ਨਹੀਂ ਕੀਤਾ ਹੈ, ਉਹਦੇ ਬਾਅਦ ਕਾਂਗਰਸ ਸਰਕਾਰ ਨੇ 5 ਸਾਲ ਕੰਮ ਕੀਤਾ ਹੈ। ਉਹਨਾਂ ਨੇ ਤੇ ਬੜਾ ਪ੍ਰੋਮਿਸ ਕੀਤਾ ਕਿ ਅਸੀਂ ਇੱਕ ਦਿਨ ਨਹੀਂ ਚੱਲ ਦਿਆਂਗੇ, ਸਾਰਾ ਉਦਾਂ ਹੀ ਚੱਲ ਰਿਹਾ। ਇਹ ਅਲੇ ਮਾਫੀਆ ਹੈ, ਇਹ ਜਦ ਤੱਕ ਗਵਰਨਮੈਂਟ ਕੋਈ ਸਟਰੋਂਗ ਸਟੈਪ ਨਹੀਂ ਲੇਗੀ, ਇਹ ਰੁਕਣਾ ਹੈ ਨਹੀਂ। ਬਿਕੋਜ਼ ਹੁਣ ਵੀ ਮੈਂ ਇਹਨਾਂ ਨੂੰ ਆਲਮੋਸਟ ਸਾਲ ਹੋਣ ਨੂੰ ਆਇਆ, ਕੁਝ ਫਰਕ ਨਹੀਂ ਪਿਆ। ਉਦਾਂ ਦੇ ਟਰੱਕ ਪਹਿਲੇ ਚੱਲਦੇ 4-5 ਹਜ਼ਾਰ ਟਰੱਕ ਰੋਜ਼ ਸ਼ਾਮ ਨੂੰ ਨਿਕਲਦਾ ਭਰ ਕੇ। ਤੁਸੀਂ ਇਮੇਜਿਨ ਕਰੋ, ਬਹੁਤ ਵੱਡੀ ਪ੍ਰੋਬਲਮ ਹੈ ਮਾਈਨਿੰਗ ਦੀ। ਮੈਂ ਕਹਿ ਰਿਹਾ ਇਹਦੇ ਤੇ ਮਾਨनीय ਚੀਫ ਮਿਨਿਸਟਰ ਸਾਹਿਬ ਨੂੰ ਬਹੁਤ ਜ਼ਬਰਦਸਤ ਸਟੈਪ ਲੈਣਾ ਪਏਗਾ ਔਰ ਜਿੰਨਾ ਮਾਫੀਆ ਸੈਂਡ ਮਾਈਨਿੰਗ ਮਾਫੀਆ, ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਪਾਣਾ ਪਏਗਾ, ਤਾਂ ਇਹ ਪ੍ਰੋਬਲਮ ਖਤਮ ਹੋਏਗੀ। ਔਰ ਰਜਿੰਦਰ, ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਂ ਫੇਸ ਕਰ ਰਿਹਾ ਗੁਰਦਾਸਪੁਰ ਵਿੱਚ ਅੱਜ, ਜਿਹਦੇ ਤੇ ਕਾਂਗਰਸ ਸਰਕਾਰ ਵੀ ਪਾਵਰ ਚਾਹੀ ਔਰ ਆਪ ਆਦਮੀ ਵੀ ਪਾਵਰ ਚਾਹੇ, ਉਹ ਹੈ ਡਰੱਗਸ ਜੀ। ਔਰ ਮੈਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਯੂਥ ਅਗੇਂਸਟ ਡਰੱਗਸ। ਅੱਜ ਵੀ ਮੇਰੇ ਪਠਾਨਕੋਟ ਦੇ ਬਾਰਡਰ ਦੇ ਉੱਤੇ, ਹਿਮਾਚਲ ਔਰ ਪਠਾਨਕੋਟ ਦੇ ਬਾਰਡਰ ਦੇ ਉੱਤੇ ਹਰ ਇੱਕ ਦਿਨ ਛੱਡ ਕੇ ਇੱਕ ਬੱਚੇ ਦੀ ਮੌਤ ਹੁੰਦੀ ਹੈ। ਉਹਦੀ ਲਾਸ਼ ਪਈ ਰਹਿੰਦੀ ਹੈ 2-2 3 ਦਿਨ ਉੱਥੇ, ਕੋਈ ਨਹੀਂ ਚੱਕਦਾ। ਨਾ ਪੁਲਿਸ ਵਾਲੇ ਕਹਿੰਦੇ ਨੇ ਹਿਮਾਚਲ 'ਚ ਪੈ ਰਿਹਾ, ਹਿਮਾਚਲ ਵਾਲੇ ਕਹਿ ਰਹੇ ਨੇ ਇਹ ਪੰਜਾਬ 'ਚ ਹੈ। ਕਾਰਨ ਹੈ ਓਪਨਲੀ ਡਰੱਗਸ ਦੀ ਸਪਲਾਈ ਹੁੰਦੀ ਹੈ। ਇਹ ਰੋਕਣ ਦੀ ਬਹੁਤ ਜ਼ਰੂਰਤ ਹੈ। ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਹਾਂਗਾ, ਜੇ ਮੈਨੂੰ ਮੌਕਾ ਦਿਓ, ਮੈਂ ਤੁਹਾਨੂੰ ਸਾਰਿਆਂ ਦੇ ਨੰਬਰ ਦੇਣਾ, ਕੋਈ ਐਕਸ਼ਨ ਨਹੀਂ ਹੋ ਰਿਹਾ। ਔਰ ਇਹ ਸਭ ਤੋਂ ਵੱਡੀ ਬਿਮਾਰੀ ਹੈ। ਬੱਚਾ ਗਰੀਬ ਦਾ ਹੋਏ, ਅਮੀਰ ਦਾ ਹੋਏ, ਇੰਡਸਟਰੀਲਿਸਟ ਦਾ ਹੋਏ, ਕਿਸੇ ਦਾ ਵੀ ਹੋਏ, ਸਾਰੇ ਬੱਚੇ ਪੰਜਾਬ ਦੇ ਨੇ। ਅੱਜ ਅਗਰ ਪੰਜਾਬ 'ਚ ਮਾਈਨਿੰਗ ਤੋਂ ਬੜੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਹੈ ਡਰੱਗਸ ਦੀ। ਔਰ ਮੈਂ ਕਹਾਂਗਾ, ਜਿਹੜਾ ਬੰਦਾ ਡਰੱਗਸ ਨੂੰ ਕੰਟਰੋਲ ਕਰ ਗਿਆ, ਉਹ ਪੰਜਾਬ ਦਾ ਹੀਰੋ ਬਣ ਗਿਆ। ਔਰ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਹਾਂਗਾ, ਬਾਕੀ ਤੇ ਚੀਜ਼ਾਂ ਛੱਡੋ, ਇਹ ਤੇ ਤੁਹਾਡੇ ਹੱਕ 'ਚ ਹੈ। ਸੈਂਟਰ ਪੈਸੇ ਨਹੀਂ ਦੇਗਾ, ਕੰਮ ਨਹੀਂ ਹੋਏਗਾ, ਚਲੇਗਾ, ਬਟ ਇਹ ਤਾਂ ਤੁਸੀਂ ਕਰ ਸਕਦੇ ਹੋ। ਇਹ ਕਰ ਦਿਓ, ਪੰਜਾਬ ਤੁਹਾਨੂੰ ਕਦੇ ਭੁੱਲੇਗਾ ਨਹੀਂ। ਤੁਸੀਂ ਇਹ ਕਹਿ ਰਹੇ ਹੋ ਕਿ ਉਹ ਹੀਰੋ ਬਣ ਸਕਦੇ ਨੇ ਹੁਣ? ਜੇ ਮੈਂ ਜੀ ਮੌਕਾ ਹੈਗਾ, ਇਸ ਤੋਂ ਚੰਗਾ ਮੌਕਾ ਕੀ ਹੁੰਦਾ ਹੈ। ਔਰ ਮੈਂ ਕਹਿ ਰਿਹਾ, ਮੈਂ ਸਲੂਟ ਕਰਾਂਗਾ ਚੀਫ ਮਿਨਿਸਟਰ ਸਾਹਿਬ ਨੂੰ ਖੜੇ ਹੋ ਕੇ, ਅਗਰ ਕਿਤੇ ਮੇਰੇ ਗੁਰਦਾਸਪੁਰ ਪਠਾਨਕੋਟ ਵਿੱਚੋਂ ਇਹ ਡਰੱਗਸ ਵਾਲੀ ਬਿਮਾਰੀ, ਕਿਉਂਕਿ ਡਰੱਗਸ ਸਭ ਤੋਂ ਵੱਡੀ ਬਿਮਾਰੀ ਹੈਗੀ ਹੈ ਸਾਡੇ ਅੱਜ। ਕੋਈ ਇੱਕ ਪਰਿਵਾਰ ਨਹੀਂ ਹੋਏਗਾ ਜਿਸ ਚੋਂ ਇੱਕ ਬੰਦਾ ਡਰੱਗ ਦਾ ਐਡਿਕਟਡ ਨਹੀਂ ਹੋਏਗਾ। ਔਰ ਜਿਹੜੇ ਐਡਿਕਟਡ ਸੈਂਟਰ ਬਣੇ ਹੋਏ ਨਾ ਰਜਿੰਦਰ ਜੀ, ਉਹ ਨਾਮ ਦੇਣਾ ਹੈ, ਉੱਥੇ ਸਾਰਾ ਨਸ਼ਾ ਮਿਲਦਾ ਹੈ। ਅੱਛਾ, ਸਾਰਾ ਨਸ਼ਾ ਮਿਲਦਾ। ਇਹ ਸਾਰਾ ਗਵਰਨਮੈਂਟ ਦੇ ਹੱਥ 'ਚ ਹੈ। ਹੁਣ ਗਵਰਨਮੈਂਟ ਆਮ ਆਦਮੀ ਦੀ ਹੈ, ਜਿਹੜੇ ਕਹਿੰਦੇ ਕਿ ਸਾਡੇ ਤੋਂ ਵਧੀਆ ਬੰਦਾ ਨਾ ਇਸ ਦੁਨੀਆ 'ਚ ਕੋਈ ਹੈ ਨਾ ਹੋਗਾ। ਤੇ ਫਿਰ ਕਰਕੇ ਦੱਸੋ ਨਾ ਯਾਰ, ਅਕਾਲੀ ਦਲ ਨੇ ਨਹੀਂ ਕੀਤਾ, ਬੀਜੇਪੀ ਨੇ ਨਹੀਂ ਕੀਤਾ, ਕਾਂਗਰਸ ਨੇ ਨਹੀਂ ਕੀਤਾ, ਤੁਹਾਨੂੰ ਲੋਕਾਂ ਨੇ ਇਹਦੇ ਵਾਸਤੇ ਚੁਣਿਆ, ਪਰ ਕੋਈ ਇੱਕ ਪੁਆਇੰਟ ਫਰਕ ਨਹੀਂ ਪਿਆ। ਤੇ ਮੈਨੂੰ ਇਹ ਦੱਸੋ, ਲੋਕੀ ਕਿੱਦਾਂ ਬਿਲੀਵ ਕਰਨਗੇ? ਤੇ ਇਹ ਬੜੀ ਜ਼ਰੂਰੀ ਚੀਜ਼ ਹੈਗੀ ਹੈ ਕਿ ਗੁਰਦਾਸਪੁਰ 'ਚ ਮਾਈਨਿੰਗ ਦਾ ਮਸਲਾ ਤੇ ਹੈਗਾ। ਲੇਕਿਨ ਅੱਜ ਆਜੋ, ਤੁਹਾਨੂੰ ਮੈਂ ਲੈ ਕੇ ਚੱਲਦਾ। ਪਠਾਨਕੋਟ ਤੋਂ ਕੀੜੀਆਂ ਸੁੰਦਰਚੱਕ ਜਾਣਾ ਹੋਏ, 2-2 3-3 ਫੁੱਟ ਦੇ ਖੱਡੇ ਨੇ, ਕਿਉਂਕਿ ਇੱਕ ਟਰੱਕ 20 ਟਾਇਰਾਂ ਵਾਲਾ, 15 18 ਟਾਇਰਾਂ ਵਾਲਾ ਟਰੱਕ ਪੂਰਾ ਰੇਤਾ ਭਰ ਕੇ, ਉਹ ਰੇਤੇ ਤੋਂ ਪਾਣੀ ਨਿਕਲਦਾ ਜਾਂਦਾ, ਸਾਰੇ ਰੋਡ ਟੁੱਟ ਜਾਂਦੇ ਨੇ, ਕੋਈ ਦੇਖਣ ਵਾਲਾ ਨਹੀਂ। ਕੋਈ ਪੋਲੀਟਿਕਲ, ਨੈਚੁਰਲੀ ਅਗਰ ਇਲੀਗਲ ਮਾਈਨਿੰਗ ਹੋ ਰਹੀ ਹੈ, ਸਭ ਕੁਝ ਹੋ ਰਿਹਾ, ਤੇ ਪੋਲੀਟੀਕਲ ਬਲੈਸਿੰਗ ਦੇ ਬਗੈਰ ਤਾਂ ਹੁੰਦਾ ਨਹੀਂ। ਕਿਉਂਕਿ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਉੱਥੇ ਬੈਠੇ ਨੇ, ਉਹ ਡੀਸੀ ਹੋਏ, ਐਸਐਸਪੀ ਹੋਏ, ਰੋਕ ਸਕਦੇ ਨੇ, ਕਿਉਂ ਨਹੀਂ ਰੋਕਦੇ? ਅੱਜ ਤੇ ਕਾਂਗਰਸ ਦੀ ਸਰਕਾਰ ਨਹੀਂ ਹੈਗੀ, ਅੱਜ ਤੇ ਬੀਜੇਪੀ ਅਕਾਲੀ ਦਲ ਦੀ ਸਰਕਾਰ ਨਹੀਂ ਹੈਗੀ, ਅੱਜ ਤੇ ਆਮ ਆਦਮੀ ਪਾਰਟੀ ਦੀ ਹੈਗੀ ਹੈ। ਤੇ ਕਰਨਾ ਚਾਹੀਦਾ, ਲੇਕਿਨ ਕੁਝ ਨਹੀਂ ਹੋ ਰਿਹਾ। ਮੇ ਵੀ ਟੀਵੀ ਤੇ ਹੋ ਰਿਹਾ ਹੋਏਗਾ, ਪੇਪਰਾਂ 'ਚ ਹੋ ਰਿਹਾ ਹੋਏਗਾ, ਲੇਕਿਨ ਸਾਈਟ ਤੇ ਪ੍ਰੈਕਟੀਕਲੀ ਕੁਝ ਨਹੀਂ ਹੋ ਰਿਹਾ। ਸੋ ਇਹ ਹੋ ਸਕਦਾ ਹੈ ਕਿ ਅੱਗੇ ਬੀਜੇਪੀ ਗਠਬੰਧਨ ਦੇ ਵਿੱਚ ਸੀ, ਪਰ ਹੁਣ ਆਜ਼ਾਦ ਦੇ ਤੌਰ ਤੇ ਹੈਗੀ ਹੈ। ਤੇ ਜੇਕਰ ਪੰਜਾਬ ਦੇ ਵਿੱਚ ਇਨ ਫਿਊਚਰ ਜੇਕਰ ਬੀਜੇਪੀ ਦੀ ਸਰਕਾਰ ਆਉਂਦੀ ਹੈ ਤੇ ਇਹ ਸਾਰੇ ਮਸਲੇ ਹੱਲ ਹੋ ਜਾਣਗੇ, ਹੋਪਫੁਲੀ। ਰਜਿੰਦਰ, ਮੈਂ ਤੁਹਾਡੇ ਇੱਥੇ ਅੱਜ ਟੀਵੀ ਤੇ ਬੈਠ ਕੇ ਸਾਰੇ ਮੇਰੇ ਵੀਰਾਂ ਨੂੰ ਮੈਂ ਕਮਿਟ ਕਰ ਦਿਆਂ,
ਜੇ ਜਿਸ ਦਿਨ ਕਿਤੇ ਬੀਜੇਪੀ ਦਾ ਹੁਣ ਮੌਕਾ ਸਾਨੂੰ ਉੱਥੋਂ ਮਿਲਿਆ, ਮੈਂ ਕਸਮ ਨਾਲ ਕਹਿਣਾ ਇਹ ਦੋ ਮਾਈਨਿੰਗ ਔਰ ਡਰੱਗਸ ਸਭ ਤੋਂ ਪਹਿਲੇ ਖਤਮ ਹੋਏਗਾ ਗੁਰਦਾਸਪੁਰ, ਬਟਾਲਾ, ਪਠਾਨਕੋਟ। ਉਹਦੇ ਬਾਅਦ ਅਸੀਂ ਪੰਜਾਬ ਦੀ ਤਰਫ ਆਂਗੇ, ਕਿਉਂਕਿ ਸਭ ਤੋਂ ਜ਼ਿਆਦਾ ਅਗਰ ਮਾਈਨਿੰਗ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਗੁਰਦਾਸਪੁਰ, ਡਰੱਗਸ ਦੀ ਪ੍ਰੋਬਲਮ ਹੈਗੀ ਹੈ ਤਾਂ ਗੁਰਦਾਸਪੁਰ, ਕਿਉਂਕਿ ਬਾਰਡਰ ਸਾਰਾ ਖੁੱਲਾ ਪਿਆ ਹੋਇਆ ਪਾਕਿਸਤਾਨ ਔਰ ਇੰਡੀਆ ਦਾ। ਔਰ ਇਹ ਇੱਥੋਂ ਕੰਟਰੋਲ ਹੋ ਗਿਆ, ਮੈਂ ਤੁਹਾਨੂੰ ਯਕੀਨ ਕਹਿਣਾ ਅੱਧਾ ਪੰਜਾਬ ਕੰਟਰੋਲ ਹੋ ਗਿਆ। ਬੀਜੇਪੀ ਸਵਰਨ ਸਲਾਰੀਆ ਹੋਏ ਕੋਈ ਵੀ ਹੋਏ, ਜਿਹੜਾ ਵੀ ਆਏਗਾ ਉਹ 100% ਕਮਿਟਡ ਹੋਏਗਾ ਸੈਂਟਰ ਦੀ ਮਦਦ ਨਾਲ, ਕਿਉਂਕਿ ਸੈਂਟਰ ਦੀਆਂ ਏਜੰਸੀਆਂ ਜਦੋਂ ਨਾਲ ਆ ਜਾਣ ਫਿਰ ਕੁਝ ਨਹੀਂ ਰੁਕ ਸਕਦਾ। ਔਰ ਇਫ ਦੇਰ ਇਜ਼ ਵਿਲ ਦੇਰ ਇਜ਼ ਵੇ। ਅਸੀਂ ਇਹ ਬੜੀ ਚੌਥੀ ਪੰਜਵੀਂ ਕਲਾਸ ਚ ਪੜਿਆ, ਤੇ ਜਿੱਥੇ ਬੰਦਾ ਚਾਹ ਤੇ ਹੁੰਦੀ ਉਹਦੇ ਰਾਤ ਹੁੰਦੀ ਹੈ, ਬੰਦਾ ਕਰ ਲੇਗਾ। ਕਰਨ ਦੀ ਜਨੂਨ ਚਾਹੀਦੀ ਹੈ, ਔਰ ਇਹ ਜਨੂਨ ਦੇ ਬਗੈਰ ਇਹ ਦੋਨੋਂ ਕੰਮ ਨਹੀਂ ਹੋਣਗੇ। ਮੈਂ ਕੋਸ਼ਿਸ਼ ਕਰਕੇ ਕਹਿ ਦੇਣਾ, ਨਹੀਂ ਯਕੀਨ ਨਾਲ ਕਹਿ ਸਕਾਂ, ਆਉਣ ਵਾਲਾ ਟਾਈਮ ਗੁਰਦਾਸਪੁਰ ਵਾਸਤੇ ਬਹੁਤ ਚੰਗਾ ਹੋਏਗਾ। ਸਲਾਰੀਆ ਸਾਹਿਬ, ਤੁਹਾਡਾ ਬਹੁਤ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੀਤਿਆ ਹੈ, ਤੇ ਪਿੱਛੇ ਜੇ ਇੱਕ ਜਿਹੜਾ ਮਸਲਾ ਆ ਉਹ ਅੰਮ੍ਰਿਤਪਾਲ ਦਾ ਮਸਲਾ ਜਿਹੜਾ ਉਹ ਬਹੁਤ ਉੱਭਰ ਕੇ ਆਇਆ। ਇਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਜਿਹੜਾ ਇਹਦੇ ਵਿੱਚ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਤੇ ਨਾਲ ਹੀ ਪੰਜਾਬ ਪੁਲਿਸ ਦੀ, ਉਸ ਨੂੰ ਕਿਵੇਂ ਦੇਖਦੇ ਹੋ? ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਦੀ ਤਾਰੀਫ ਕੀਤੀ ਹੈ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਪੰਜਾਬ ਨੇ ਬਹੁਤ ਬੁਰਾ ਟਾਈਮ ਦੇਖਿਆ, ਔਰ ਮੈਂ ਜੋ ਐਕਸ਼ਨ ਹੁਣ ਹੋਇਆ ਅੱਛਾ ਹੋਇਆ, ਦੇਰ ਨਾਲ ਆਏ ਦਰੁਸਤ ਆਏ। ਇਹ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਹੈ। ਇੱਕ ਟਾਈਮ ਤੇ ਇਹ ਲੱਗ ਰਿਹਾ ਹੈ ਮੈਨੂੰ ਕਿ ਪੰਜਾਬ ਫਿਰ ਉਹ 80 ਦੇ ਦੌਰ 'ਚ ਜਾ ਰਿਹਾ ਹੈ। ਲੇਕਿਨ ਮੈਂ ਪੰਜਾਬ ਸਰਕਾਰ ਦਾ ਔਰ ਜਿਹੜੀਆਂ ਏਜੰਸੀਆਂ ਇਨਵੋਲਵ ਸੀਗੀਆਂ, ਇਨਕਲੂਡਿੰਗ ਅਮਿਤ ਸ਼ਾਹ ਜੀ, ਮਾਨनीय ਹੋਮ ਮਿਨਿਸਟਰ ਜੀ, ਇਹਨਾਂ ਨੇ ਜਿਹੜਾ ਇਹ ਐਕਸ਼ਨ ਲਿਆ, ਮੈਂ ਸਾਰੇ ਪੰਜਾਬ ਦੀ ਤਰਫੋਂ ਉਹਨਾਂ ਦਾ ਥੈਂਕਸ ਕਨਵੇ ਕਰਦਾ ਕਿ ਪੰਜਾਬ ਨੂੰ ਬਚਾ ਲਿਆ, ਪੰਜਾਬ ਦੇ ਫਿਊਚਰ ਨੂੰ ਬਚਾ ਲਿਆ, ਪੰਜਾਬ ਤੋਂ ਬਰਬਾਦ ਹੋਣ ਤੋਂ ਬਚਾ ਲਿਆ। ਇਹ ਬਹੁਤ ਅੱਛਾ ਸਟੈਪ ਸੀਗਾ। ਦੇਖੋ, ਜਿੱਥੋਂ ਤੱਕ ਐਡਮਿਨਿਸਟ੍ਰੇਸ਼ਨ ਹੈ, ਜਿੱਥੋਂ ਤੱਕ ਪੁਲਿਸ ਹੈ, ਪੁਲਿਸ ਐਕਟ ਕਰਦੀ ਹੈ ਪੋਲੀਟੀਸ਼ੀਅਨ ਦੇ ਉੱਤੇ, ਜਿਹੜਾ ਉਹਨਾਂ ਦਾ ਮਿਨਿਸਟਰ ਕਹੇਗਾ ਉਹਨਾਂ ਨੇ ਉਹ ਕਰਨਾ ਹੈ। ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਹੈ, ਬਗੈਰ ਕੋਈ ਫਾਇਰਿੰਗ ਦੇ, ਬਗੈਰ ਕਿਸੇ ਨੂੰ ਤਕਲੀਫ ਦਿੱਤੇ ਹੋਏ, ਬਗੈਰ ਕੋਈ ਮਰਡਰ, ਖੂਨ ਖਰਾਬੇ ਦੇ, ਸਾਰਾ ਕੰਮ ਸਾਫ਼ ਕਰਤਾ ਹੈ। ਔਰ ਜਿੱਥੇ ਉਹ ਜਾਣਾ ਚਾਹੁੰਦੇ ਸੀਗੇ ਉੱਥੇ ਉਹ ਪਹੁੰਚਾ ਦਿੱਤੇ। ਮੇਰਾ ਖਿਆਲ ਹੈ ਹੁਣ ਆਉਣ ਵਾਲੇ ਟਾਈਮ 'ਚ ਕੋਈ ਇਦਾਂ ਦੀ ਹਰਕਤ ਹੋਏਗੀ ਨਹੀਂ, ਕਿਉਂਕਿ ਲੋਕਾਂ ਨੇ ਸਭ ਨੇ ਦੇਖ ਲਿਆ ਕਿ ਜਿਹੜਾ ਬੰਦਾ ਪੰਜਾਬ ਦੇ ਅਗੇਂਸਟ ਕੁਝ ਕਰੇਗਾ ਉਹਦਾ ਫਿਊਚਰ ਕੀ ਹੋਏਗਾ। ਉਹਨਾਂ ਨੂੰ NSA ਲਗਾ ਦਿੱਤਾ ਹੈ। ਇਹ ਬਹੁਤ ਚੰਗਾ ਕੰਮ ਹੈ, ਔਰ ਪੰਜਾਬ 'ਚ ਜਿੰਨੇ ਏਜੰਸੀਆਂ ਜੋ ਇਨਵੋਲਵ ਸੀਗਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਇਹ ਇੱਕ ਤਰ੍ਹਾਂ ਦੀ ਬਹੁਤ ਵਧੀਆ ਜਿਹੜਾ ਆਪਰੇਸ਼ਨ ਹੈ ਹੋ ਗੁਜ਼ਰਿਆ। ਸੋ ਇਸ ਦੇ ਨਾਲ ਹੀ ਜੇ ਮੈਂ ਜਲੰਧਰ ਦੀ ਗੱਲ ਕਰਾਂ, ਹੁਣ ਜਲੰਧਰ ਵਾਲੇ ਪਾਸੇ ਆਉਂਦੇ ਆ, ਇਲੈਕਸ਼ਨ ਜਲੰਧਰ ਦੀ ਹੈ, ਇੱਥੇ ਸਾਰੇ ਲੀਡਰ ਤੁਸੀਂ ਵੀ ਆਏ ਹੋ, ਤੁਸੀਂ ਵੀ ਆਬਜ਼ਰਵ ਕੀਤਾ ਹੋਣਾ। ਇੱਕ ਬਹੁਤ ਵੱਡਾ ਮਸਲਾ ਜਿਹੜਾ ਜਲੰਧਰ ਦਾ ਹੈ ਉਹ ਹੈ ਕਨਵਰਜਨ ਦਾ, ਧਰਮ ਪਰਿਵਰਤਨ ਦਾ। ਕਾਫੀ IT ਦੀਆਂ ਰੇਡਸ ਵੀ ਹੋ ਚੁੱਕੀਆਂ ਨੇ। ਮੈਂ ਅਸਿੱਧੇ ਤੌਰ ਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਸੋ ਇਹ ਮਤਲਬ ਐਂਟੀ ਕਨਵਰਜਨ ਲਾਅ ਜਿਹੜਾ ਆ ਬਾਕੀ ਸਟੇਟ ਦੇ ਵਿੱਚ ਬਣਿਆ ਹੋਇਆ ਹੈ, ਜਿਵੇਂ ਉੱਤਰ ਪ੍ਰਦੇਸ਼ ਹੋ ਗਿਆ, ਝਾਰਖੰਡ ਹੋ ਗਿਆ, ਇਦਾਂ ਦੇ ਵਿੱਚ ਐਂਟੀ ਕਨਵਰਜਨ ਜਿਹੜਾ ਲਾਅ ਹੈ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਬਣ ਸਕਦਾ ਹੈ, ਕਿਉਂਕਿ ਇਹ ਜਿਹੜੀ ਸਮੱਸਿਆ ਹੈ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਦੇਖੋ ਜੀ, ਚੀਫ ਮਿਨਿਸਟਰ ਸਾਹਿਬ ਕੋਲ ਸਾਰਾ ਅਪਡੇਟ ਹੈਗਾ, ਔਰ ਕਨਵਰਜਨ ਨੂੰ ਰੋਕਣਾ ਬੜਾ ਜ਼ਰੂਰੀ ਹੈਗਾ। ਔਰ ਅੱਜ ਕਨਵਰਜਨ ਦਾ ਸਭ ਤੋਂ ਵੱਡਾ ਕਾਰਨ ਦੇ ਕੇ ਵੀ ਹੈਗਾ ਕਿ ਅਨਇੰਪਲੋਇਮੈਂਟ, ਫਿਰ ਲਾਲਚ। ਜਿਹੜੇ ਕਨਵਰਟ ਕਰਦੇ ਨੇ ਉਹ ਪੈਸੇ ਦਿੰਦੇ ਨੇ, ਗਰੀਬ ਬੰਦਾ ਵਿਚਾਰਾ ਲਾਲਚ ਆ ਕੇ ਕਰ ਦਿੰਦਾ ਹੈ। ਇੱਕ ਕਾਨੂੰਨ ਬਣ ਜਾਏ, ਇਸ ਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ। ਔਰ ਕੋਸ਼ਿਸ਼ ਕਰੇ ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ ਅਗਰ ਖੁਦ ਨਹੀਂ ਕਰ ਸਕਦੇ, ਸੈਂਟਰ ਗਵਰਨਮੈਂਟ ਨੂੰ ਰਿਕੁਐਸਟ ਕਰੇ ਕਿ ਪਲੀਜ਼ ਹੈਲਪ ਅਸ ਆਊਟ, ਸਾਡੀ ਮਦਦ ਕਰੋ। ਕਨਵਰਜਨ ਜੇ ਹੋ ਗਿਆ, ਇਹ ਪੰਜਾਬ ਦੀ ਬਿਹਤਰੀ ਵਾਸਤੇ ਹੋਏਗਾ। ਕਿਉਂਕਿ ਮੈਨੂੰ ਨਹੀਂ ਪਤਾ ਇਹ ਕਿੰਨਾ ਟਾਈਮ ਲੱਗੇਗਾ, ਲੇਕਿਨ ਮੁਸ਼ਕਿਲ ਕੰਮ ਨਹੀਂ ਹੈਗਾ। ਅਗਰ UP ਕਰ ਸਕਦਾ ਹੈ, ਉੱਤਰਾਖੰਡ ਕਰ ਸਕਦਾ ਹੈ, ਹੋਰ ਸਟੇਟ ਕਰ ਸਕਦੇ ਨੇ, ਤੇ ਪੰਜਾਬ ਸ਼ੋਰਲੀ ਕਰ ਸਕਦਾ। ਔਰ ਪੰਜਾਬ 'ਚ ਸਭ ਤੋਂ ਜ਼ਿਆਦਾ ਕਨਵਰਜਨ ਹੈ। ਮੇਰੇ ਗੁਰਦਾਸਪੁਰ ਜਾ ਕੇ ਦੇਖੋ, 3.5-4 ਲੱਖ ਲੋਕ ਜਿਹੜੇ ਪਹਿਲੇ ਸਾਡੇ ਨਾਲ ਸੀਗੇ, ਅੱਜ ਉਹ ਕਨਵਰਟ ਹੋ ਗਏ ਜੀ। ਇਹ ਬਹੁਤ ਗਲਤ ਹੋ ਰਿਹਾ। ਇਹਦੇ ਨਾਲ ਕੀ ਹੋ ਰਿਹਾ, ਪੰਜਾਬ ਦਾ ਕਲਚਰ ਵੀ ਖਰਾਬ ਹੋ ਰਿਹਾ, ਔਰ ਲੋਕਾਂ ਨੂੰ ਇਫੈਕਟ ਵੀ ਬਹੁਤ ਹੋ ਰਿਹਾ। ਇਹਦੇ ਗਵਰਨਮੈਂਟ ਨੂੰ ਚਾਹੀਦਾ ਇਮੀਡੀਏਟ ਕੋਈ ਸਟੈਪ ਲੈ ਕੇ ਆਉਣ ਵਾਲੇ ਇਲੈਕਸ਼ਨ ਦੇ ਪਹਿਲੇ ਇੱਕ ਕਮ ਸੇ ਕਮ ਇੱਕ ਕਨਵਰਜਨ ਦਾ ਕਾਨੂੰਨ ਲੈ ਕੇ ਆ ਜਾਏ, ਕੁਝ ਤਾਂ ਰਿਲੀਫ ਮਿਲੇ ਸਾਡੇ ਲੋਕਾਂ ਨੂੰ। ਔਰ ਮੈਨੂੰ ਪੂਰਾ ਯਕੀਨ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਇਹ ਜ਼ਰੂਰ ਕਰਨਗੇ। ਸਲਾਰੀਆ ਜੀ, ਆਖਰੀ ਕਮੈਂਟ ਲੈਣਾ ਚਾਹੂੰਗੀ ਕਿ ਜਿਮਨੀ ਚੋਣਾਂ ਦੇ ਵਿੱਚ ਕੁਝ ਹੀ ਦਿਨ ਰਹਿ ਗਏ ਆ, ਰਿਜ਼ਲਟ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਨਿਕਲ ਕੇ ਆਵੇਗਾ? ਕਿਉਂਕਿ ਰੋਡ ਸ਼ੋਅ ਵੀ ਹੋਇਆ, ਕਾਫੀ ਜ਼ਿਆਦਾ ਪਿਆਰ ਵੀ ਮਿਲਿਆ BJP ਨੂੰ, ਜਿੱਥੇ ਕਿ ਆਪੋਜੀਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੋਈ ਗਰਾਊਂਡ ਨਹੀਂ ਹੈ BJP ਦੀ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਤੁਸੀਂ ਕੀ ਕਹਿਣਾ ਚਾਹੋਗੇ? देखो रजिंदर, मैं पहले बहुत साफ कर दिया ਤੁਹਾਨੂੰ ਹੂੰ कि बीजेपी तो बेहतर कोई गवर्नमेंट ना दे सकता ना होएगी। ਉਹਦਾ ਕਾਰਨ ਹੀ ਕੋਈ ਹੈਗਾ, द बेस्ट लीडर, बेस्ट ह्यूमन बीइंग और दुनिया ਤੋਂ ਸਭ ਤੋਂ ਵੱਡੀ ਪਾਰਟੀ ਔਰ ਕਮਿਟਡ ਬੰਦਾ, ਜਿਹੜਾ ਬੰਦਾ ਦਿਨ ਰਾਤ ਇਸ ਮੁਲਕ ਦੀ ਇੰਪਰੂਵਮੈਂਟ ਵਾਸਤੇ ਲੱਗਿਆ ਹੋਇਆ, ਉਹਨਾਂ ਦਾ ਨਾਮ ਹੈ ਮਾਨनीय ਨਰਿੰਦਰ ਮੋਦੀ ਜੀ। ਜਲੰਧਰ ਦੇ ਲੋਕੀ ਸਾਰੇ ਪੜ੍ਹੇ ਲਿਖੇ ਨੇ ਅੱਗੇ ਪਿੱਛੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਕੋਈ ਕੰਮ ਕਰ ਸਕਦਾ ਹੈ, ਜੋ ਕੋਈ ਇਹਨੂੰ ਆਪਣਾ ਸਿਟੀ ਨੂੰ ਕੋਈ ਅੱਗੇ ਲੈ ਕੇ ਜਾ ਸਕਦਾ, ਲੋਕਾਂ ਦੀ ਭਲਾਈ ਦਾ ਕੰਮ ਕਰ ਸਕਦਾ, ਸਿਰਫ ਬੀਜੇਪੀ ਦਾ ਐਮਪੀ ਹੀ ਕਰ ਸਕਦਾ ਹੈ, ਕਿਉਂਕਿ ਉਹਨੂੰ ਸੈਂਟਰ ਦਾ ਪੂਰਾ ਆਸ਼ੀਰਵਾਦ ਹੋਏਗਾ। ਤੇ ਮੈਨੂੰ ਪੂਰਾ ਯਕੀਨ ਹੈ, ਕਿਉਂਕਿ ਇੱਕ ਤੇ ਸਾਡੀ ਇੱਕ ਪ੍ਰੋਬਲਮ ਜ਼ਰੂਰ ਹੈਗੀ ਹੈ, ਕਾਫੀ ਦਿਨ ਤੋਂ ਅਸੀਂ ਅਕਾਲੀ ਦਲ ਦੇ ਨਾਲ ਸੀਗੇ ਔਰ ਕੁਝ ਇੱਕ ਏਰੀਆ ਜਿਹੜੇ ਟੋਟਲੀ ਡੋਮੀਨੇਟਡ ਅਕਾਲੀ ਦਲ ਕੋਲ ਹੈਗੇ, ਉੱਥੇ ਅਸੀਂ ਕਦੇ ਗਰੋ ਹੋਏ ਨਹੀਂ। ਇਹ ਪਹਿਲਾ ਇਲੈਕਸ਼ਨ ਲੜ ਰਹੇ ਹਾਂ ਔਰ ਐਮਪੀ ਦਾ ਵੀ ਪਹਿਲਾ ਇਲੈਕਸ਼ਨ ਲੜ ਰਹੇ ਹਾਂ ਅਕਾਲੀ ਦਲ ਦੇ ਬਗੈਰ। ਯੈਸ, ਉਹ ਸੈਟਬੈਕ ਹੈਗਾ, ਬਟ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੀ ਗੁੱਡਨੈਸ, ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਪਿਛਲੇ 8 ਸਾਲ ਤੋਂ 9 ਸਾਲ ਤੋਂ ਹੋਈ ਹੈ ਮਾਨनीय ਮੋਦੀ ਜੀ ਦੀ, ਬਲੀਵ ਕਰੋ, ਜਿਹੜਾ ਬੰਦਾ ਪਹਿਲੇ ਉਹਨਾਂ ਦੇ ਬਾਰੇ ਚ ਕ੍ਰਿਟਿਸਾਈਜ਼ ਕਰਦਾ, ਅੱਜ ਉਹ ਵੀ ਖੜਾ ਹੋ ਕੇ ਸਲੂਟ ਕਰਦਾ। ਕਾਰਨ ਹੀ ਕੋਈ ਕਿ ਜੋ ਕਹਿੰਦੇ ਨੇ ਉਹ ਕਰਦੇ ਨੇ ਔਰ ਦੇਸ਼ ਦੀ ਭਲਾਈ ਵਾਸਤੇ ਕਰਦੇ ਨੇ। ਲੋਕੀ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ, ਬੁਰਾ ਭਲਾ ਵੀ ਕਹਿੰਦੇ ਨੇ, ਐਂਡ ਆਫ ਦਾ ਡੇ ਮੋਦੀ ਸਾਹਿਬ ਇਗਨੋਰ ਕਰਦੇ ਨੇ ਔਰ ਦੇਸ਼ ਦੀ ਬਿਹਤਰੀ ਵਾਸਤੇ, ਦੇਸ਼ ਵਾਸੀਆਂ ਦੀ ਬਿਹਤਰੀ ਵਾਸਤੇ ਕੰਮ ਕਰਦੇ ਨੇ। ਔਰ ਮੈਂ ਜਲੰਧਰ ਦੇ ਜਿਹੜੇ ਮੇਰੇ ਭੈਣ ਭਰਾ ਅੱਜ ਮੈਨੂੰ ਦੇਖ ਰਹੇ ਨੇ, ਬੇਨਤੀ ਕਰਾਂਗਾ ਕਿ ਕੈਂਡੀਡੇਟ ਨੂੰ ਜ਼ਰੂਰ ਦੇਖੋ, ਲੇਕਿਨ ਬੀਜੇਪੀ ਨੂੰ ਵੋਟ ਪਾਓ, ਕਿਉਂਕਿ ਬੀਜੇਪੀ ਹਿੰਦੁਸਤਾਨੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈਗੀ ਹੈ ਔਰ ਮੋਦੀ ਸਾਹਿਬ ਉਹਨਾਂ ਦੇ ਲੀਡਰ ਨੇ। ਮੋਦੀ ਸਾਹਿਬ ਸਿਰਫ ਤੁਹਾਡੇ ਵਾਸਤੇ, ਤੁਹਾਡੇ ਵਾਸਤੇ, ਤੁਹਾਡੇ ਵਾਸਤੇ ਹੀ ਕੰਮ ਕਰਦੇ ਨੇ। ਮੈਨੂੰ ਪੂਰਾ ਯਕੀਨ ਹੈ ਰਿਜ਼ਲਟ ਪੋਜ਼ਿਟਿਵ ਆਏਗਾ ਤੁਹਾਡੇ ਜਲੰਧਰ ਚੋਣ ਦਾ। ਆਈ ਵੈਰੀ ਸ਼ੋਰ ਕਿ ਬੀਜੇਪੀ ਜਿੱਤੇਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਸਾਂਝੀ ਕਰਨ ਦੇ ਲਈ। ਨਮਸਕਾਰ ਜੀ, ਧੰਨਵਾਦ। ਸੋ ਇਹ ਸੀ ਸਾਡੇ ਨਾਲ ਸਵਰਨ ਸਲਾਰੀਆ ਜੀ, ਜੋ ਕਿ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ ਤੇ ਉਹਨਾਂ ਨੇ ਗੁਰਦਾਸਪੁਰ ਦੇ ਮਸਲਿਆਂ ਨੂੰ ਵੀ ਇੱਥੇ ਚੁੱਕਿਆ ਤੇ ਨਾਲ ਦੀ ਨਾਲ ਜਲੰਧਰ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਵੀ ਹੱਲ ਕਰਨ ਦੀ ਗੱਲ ਕਹੀ ਹੈ। ਦੇਸ਼ ਦੁਨੀਆ ਦੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ਧੰਨਵਾਦ।